ਦੋਸਤੋ, ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਆਦਾਬ। ਦੋਸਤੋ, ਅਸੀਂ ਸੁਣ ਰਹੇ ਹਾਂ ਮੇਰਾ ਲਿਖਿਆ ਪੰਜਾਬੀ ਨਾਵਲ ਐਨਾ ਨਾ ਰਵਾਇਆ ਕਰ। ਸੋ ਪਿਛਲੇ 27ਵੇਂ ਭਾਗ ਦੇ ਵਿੱਚ ਲਾਲੀ ਦੇ ਇਸ ਨਾਵਲ ਦੀ ਇੱਕ ਤਰੀਕੇ ਨਾਲ ਸਮਾਪਤੀ ਹੋ ਚੁੱਕੀ, ਪੂਰਾ ਹੋ ਚੁੱਕਿਆ ਹੈ। ਪਰ ਹੁਣ ਇਸ ਨਾਵਲ ਦਾ ਅੰਤਮ ਕਾਂਡ ਮੈਂ ਤੁਹਾਨੂੰ ਸੁਣਾਉਣ ਲੱਗਿਆ। ਸੋ ਇਸ ਅੰਤਮ ਕਾਂਡ ਦੇ ਵੀ ਆਪਾਂ 2 ਭਾਗ ਕਰਾਂਗੇ, 28ਵਾਂ 29ਵਾਂ। ਸੋ ਦੋਸਤੋ, ਇਸ ਤੋਂ ਬਿਨਾਂ ਵੀ ਮੈਂ ਕਈ ਨਾਵਲ ਲਿਖੇ ਹਨ। ਸੋ ਜਿਹੜਾ ਆਪ ਜੀ ਨੇ ਸੁਣਿਆ ਇਹ ਨਾਵਲ ਐਨਾ ਨਾ ਰਵਾਇਆ ਕਰ, ਉਸ ਤੋਂ ਇਲਾਵਾ ਬਦਲਦੀ ਰੁੱਤ, ਇਹ ਵੀ ਮੇਰਾ ਲਿਖਿਆ ਹੋਇਆ। ਬਦਲਦੀ ਰੁੱਤ ਪਰ ਰਿਕਾਰਡ ਨਹੀਂ ਹੋਇਆ। ਚਾਨਣੀ ਰਾਤ ਵਿੱਚ ਅੰਧੇਰ ਕੋਠੜੀ, ਫਿਰ ਦਰਦ ਕਾ ਦਰਿਆ। ਦਰਦ ਕਾ ਦਰਿਆ ਤਾਂ ਇਸ ਚੈਨਲ ਦੇ ਉੱਤੇ ਰਿਕਾਰਡ ਪਾਇਆ ਹੋਇਆ ਹੈ। ਬਾਲੀਵੁੱਡ ਦੀ ਸੁਪਰ ਡੁਪਰ ਸਟਾਰ ਮੀਨਾ ਕੁਮਾਰੀ ਦੀ ਲਾਈਫ ਉੱਤੇ ਲਿਖਿਆ ਗਿਆ। ਫਿਰ ਅਗਲਾ ਹੈ ਦੇ ਜਾ ਪਿਆਰ ਦੀ ਨਿਸ਼ਾਨੀ, ਇਹ ਵੀ ਚੈਨਲ ਦੇ ਉੱਤੇ ਰਿਕਾਰਡ ਕਰਕੇ ਪਾਇਆ ਹੋਇਆ। ਕੋਈ ਰਾਸਤਾ ਤੋਂ ਦੇ, ਇਹ ਵੀ ਚੈਨਲ ਦੇ ਉੱਤੇ ਹੈਗਾ। ਮੱਛਲੀ ਇੱਕ ਦਰਿਆ ਦੀ, ਇਹ ਰਿਕਾਰਡ ਨਹੀਂ ਹੋਇਆ, ਸ਼ਾਇਦ ਨਾ ਹੀ ਹੋਵੇ। ਫਿਰ ਅੱਗੇ ਮੇਰੇ ਦੋਸਤ, ਇਹ ਵੀ ਤੁਸੀਂ ਇਸ ਚੈਨਲ ਤੇ ਸੁਣਿਆ ਹੋਇਆ। 2 ਦੋਸਤਾਂ ਦੀ ਕਥਾ ਹੈ। ਫਿਰ ਅੱਗੇ ਮੁਰਝਾਉਂਦੇ ਫੁੱਲਾਂ ਦੀ ਮਹਿਕ, ਇਹ ਵੀ ਇਸ ਚੈਨਲ ਤੇ ਰਿਕਾਰਡ ਹੋਇਆ ਹੋਇਆ। ਫਿਰ ਅੱਗੇ ਸਵਾਸਾਂ ਦਾ ਸਫ਼ਰ। ਇਹ ਸਾਰੇ ਨਾਵਲ ਜੋ ਲਿਖੇ ਹੋਏ ਹਨ, ਕੁਝ ਕੁ ਇਸ ਚੈਨਲ ਤੇ ਰਿਕਾਰਡ ਹੋਏ ਹੋਏ ਆ। ਸਾਰੇ ਨਾਵਲਾਂ ਦੀਆਂ ਜੋ ਗਾਥਾਵਾਂ ਹਨ, ਕਹਾਣੀਆਂ ਹਨ, ਬਿਲਕੁਲ ਓਰੀਜਨਲ ਹੈ। ਇੱਕ ਮਾਤਰ ਵੀ ਉਹਦੇ ਵਿੱਚ ਝੂਠ ਮੂਠ ਨਹੀਂ ਆ। ਬਸ ਸਿਰਫ ਪਾਤਰਾਂ ਦੇ ਨਾਮ ਚੇਂਜ ਹਨ ਤੇ ਸ਼ਹਿਰਾਂ ਦੇ ਨਾਮ ਚੇਂਜ ਹਨ। ਬਾਕੀ ਕਹਾਣੀ ਸੇਮ ਟੂ ਸੇਮ, ਜਿਵੇਂ ਕਿਸੇ ਦੀ ਲਾਈਫ ਦੇ ਵਿੱਚ ਵਾਪਰੀ ਹੋਈ ਹੈ, ਉੱਦਾਂ ਹੀ ਹੈ। ਨਾਮ ਤੇ ਸ਼ਹਿਰ ਇਸ ਕਰਕੇ ਚੇਂਜ ਕੀਤੇ ਹੈ ਕਿ ਉਹ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਬੜੀ ਇੱਜ਼ਤ ਮਾਣ ਵਾਲੀ ਜੀਵਨ ਜੀ ਰਹੇ ਆ, ਆਪਣੇ ਪਰਿਵਾਰ 'ਚ, ਆਪਣੇ ਰਿਸ਼ਤਿਆਂ ਵਿੱਚ, ਸਮਾਜ ਦੇ ਵਿੱਚ। ਇਸ ਕਰਕੇ ਕਿਸੇ ਦੇ ਵੀ ਨਾਮ ਸਹੀ ਤਰੀਕੇ ਨਾਲ ਨਹੀਂ ਪਾਏ ਗਏ, ਨਾ ਐਡਰੈਸ ਨਾ ਨਾਮ। ਕਹਾਣੀ ਸੇਮ ਹੈ। ਇਹੋ ਜਿਹੀਆਂ ਸੱਚੀਆਂ ਕਹਾਣੀਆਂ ਨੂੰ ਇਕੱਤਰ ਕਰਨ ਵਾਸਤੇ ਮੈਂ ਪਹਿਲਾਂ ਕਾਫੀ ਮਿਹਨਤ ਕਰ ਚੁੱਕਿਆ ਤੇ ਕਈ ਜਾਣ ਪਛਾਣ ਵਾਲਿਆਂ ਨੇ ਆਪ ਮੈਨੂੰ ਇਹ ਆਪਣੇ ਜੀਵਨ ਦੀਆਂ ਗਾਥਾਵਾਂ ਲਿਖਾਈਆਂ। ਜਿਹੜਾ ਸਵਾਸਾਂ ਦਾ ਸਫ਼ਰ ਹੈ, ਇਹ ਬੜੀ ਮਹਿੰਗੀ ਕਹਾਣੀ ਹੈ ਤੇ ਇਹ ਕਹਾਣੀ ਬਿਲਕੁਲ ਸੱਚੀ ਹੈ। ਇਸ ਵਾਸਤੇ ਵੀ ਕਾਫੀ ਮਿਹਨਤ ਕਰਨੀ ਪਈ ਹੈ। ਸੋ ਦੋਸਤੋ, ਹੁਣ ਆਪਾਂ ਮੇਰੇ ਲਿਖੇ ਪੰਜਾਬੀ ਨਾਵਲ ਐਨਾ ਨਾ ਰਵਾਇਆ ਕਰ ਦਾ 28ਵਾਂ ਭਾਗ ਸੁਣਾਂਗੇ। ਨਾਵਲ ਦਾ ਅੰਤਮ ਕਾਂਡ ਹੈ। ਇਸ ਅੰਤਮ ਕਾਂਡ ਦੇ ਆਪਾਂ 2 ਭਾਗ ਕਰਾਂਗੇ। ਸੋ ਅੱਜ ਅੰਤਮ ਕਾਂਡ ਦਾ ਜੋ ਪਹਿਲਾ ਪਾਰਟ ਹੈ, ਯਾਨੀ ਕਿ ਚੈਨਲ ਦਾ 28ਵਾਂ ਭਾਗ ਸੁਣਦੇ ਹਾਂ। ਸੋ ਦੋਸਤੋ, ਇਹ ਅੰਤਮ ਕਾਂਡ ਲਾਲੀ ਤੱਕ ਨਹੀਂ ਪਹੁੰਚਿਆ, ਕਿਉਂਕਿ ਲਾਲੀ ਨੂੰ ਆਖਰੀ ਵਾਰ ਮਿਲਣ ਤੋਂ ਬਾਅਦ, ਆਖਰੀ ਵਾਰ ਮਿਲਣ ਤੋਂ ਕਈ ਸਾਲ ਬਾਅਦ ਮੈਂ ਇਸ ਨੂੰ ਲਿਖਿਆ ਅਤੇ ਇਸ ਦੇ ਲਿਖੇ ਬਿਨਾਂ ਮੈਨੂੰ ਮੇਰਾ ਇਹ ਨਾਵਲ ਐਨਾ ਨਾ ਰਵਾਇਆ ਕਰ ਅਧੂਰਾ ਜਿਹਾ ਜਾਪਦਾ ਸੀ। ਲਾਲੀ ਦੀ ਇਸ ਕਹਾਣੀ ਨੂੰ ਮੈਂ ਕਈ ਸਾਲ
ਕਈ ਸਾਲਾਂ ਬਾਅਦ ਦੁਬਾਰਾ ਤੋਂ ਆਪਣੇ ਲੈਪਟਾਪ ਵਿੱਚ ਆਪਣੇ ਹੱਥਾਂ ਨਾਲ ਲਿਖਿਆ, ਕਿਉਂਕਿ ਮੇਰੇ ਹੱਥੀਂ ਲਿਖੀ ਕਹਾਣੀ ਦਾ ਪਹਿਲਾ ਹਿੱਸਾ ਜਾਂ ਪਹਿਲਾ ਦਸਤਾਵੇਜ਼ ਲਾਲੀ ਕੋਲ ਹੈ ਅਤੇ ਉਸ ਦੀ ਇੱਕ ਕਾਪੀ ਮੇਰੇ ਕੋਲ ਕਈ ਸਾਲ ਤੱਕ ਸੰਭੀ ਰਹੀ ਹੈ। ਪਰ ਕਈ ਵਾਰ ਇੱਧਰ ਉੱਧਰ ਟਿਕਾਣੇ ਬਦਲਣ ਕਰਕੇ ਉਹ ਗਵਾਚ ਹੀ ਗਈ। ਹੁਣ ਇਸ ਤੋਂ ਅੱਗੇ ਜੋ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਹਾਂ, ਇਹ ਉਸ ਵੇਲੇ ਦੀ ਗੱਲ ਹੈ ਜਦੋਂ ਅਸੀਂ ਅੰਤਮ ਵਾਰ ਮਿਲੇ ਸੀ ਅਤੇ ਉਸ ਦਿਨ ਸਾਡੇ ਵਿੱਚ ਆਖਰੀ ਵਾਰ ਹੀ ਗੱਲਬਾਤ ਹੋਈ ਸੀ। ਉਸ ਦਿਨ ਉਹ ਮੇਰੇ ਨਾਲੋਂ ਭਰੀਆਂ ਅੱਖਾਂ ਨਾਲ ਵਿਲਿਆ ਹੋਈ ਸੀ ਅਤੇ ਉਸ ਦਿਨ ਤੋਂ ਬਾਅਦ ਅਸੀਂ ਅੱਜ ਤੱਕ ਮਿਲੇ ਨਹੀਂ। ਇਹ ਅੰਤਮ ਕਾਂਡ ਮੈਂ ਇਸ ਕਹਾਣੀ ਦੀ ਸੰਪੂਰਨਤਾ ਵਾਸਤੇ ਇਸ ਦੇ ਨਾਲ ਲਿਖਣਾ ਜ਼ਰੂਰੀ ਸਮਝਦਾ। ਪਿਛਲੀ ਲਿਖੀ ਕਹਾਣੀ ਦੇ ਦਸਤਾਵੇਜ਼ ਵਿੱਚ ਸਿਰਫ ਅੱਖਰ ਹੀ ਲਿਖੇ ਸਨ, ਜਿਨ੍ਹਾਂ ਨੂੰ ਕੋਈ ਵੀ ਪੜ੍ਹ ਕੇ ਲਾਲੀ ਦੇ ਦੁੱਖਾਂ ਦਾ ਅਹਿਸਾਸ ਮਹਿਸੂਸ ਕਰ ਸਕਦਾ ਹੈ। ਪਰ ਇਸ ਨਾਵਲ ਦਾ ਇਹ ਅੰਤਮ ਕਾਂਡ ਲਾਲੀ ਅਤੇ ਮੇਰੀਆਂ ਯਾਦਾਂ ਦੇ ਖਿਆਲਾਂ ਵਿੱਚ ਲਿਖਿਆ ਗਿਆ ਹੈ, ਜਿਸ ਨੂੰ ਸਿਰਫ ਅਸੀਂ ਹੀ ਪੜ੍ਹ ਸਕਦੇ ਹਾਂ ਅਤੇ ਅਸੀਂ ਹੀ ਮਹਿਸੂਸ ਕਰ ਸਕਦੇ ਹਾਂ। ਪਰ ਆਪ ਜੀ ਨੂੰ ਇੱਕ ਗੱਲ ਜ਼ਰੂਰ ਦੱਸ ਦੇਵਾਂ ਕਿ ਕੰਧ ਓਲੇ ਬਹਿ ਕੇ ਚੰਨਾ ਐਨਾ ਨਾ ਰਵਾਇਆ ਕਰ ਵਾਲਾ ਜੋ ਭਾਗ ਪਾਰਟ ਮੈਂ ਪਹਿਲਾਂ ਲਿਖੇ ਨਾਵਲ ਨਾਲ ਅਟੈਚ ਕਰ ਦਿੱਤਾ ਸੀ ਅਤੇ ਰਤਨੀ ਦੇ ਮਰਨ ਤੱਕ ਦੀ ਲਿਖੀ ਕਹਾਣੀ ਨਾਲ ਮੇਰਾ ਇਹ ਨਾਵਲ ਪੂਰਾ ਹੋ ਗਿਆ ਸੀ। ਜੋ ਰਤਨੀ ਵਾਲੀ ਕਹਾਣੀ ਸੀ ਉਹ ਵੱਖਰੀ ਕਰਕੇ ਲਿਖੀ ਗਈ ਸੀ ਤੇ ਲਾਲੀ ਦੇ ਵਿਆਹ ਤੱਕ ਵੱਖਰਾ ਕਰਕੇ ਲਿਖਿਆ ਗਿਆ ਸੀ। ਰਤਨੀ ਦੀ ਕਹਾਣੀ ਵੱਖਰੀ ਕਰਕੇ ਇਸ ਟਾਈਟਲ ਨਾਲ ਲਿਖੀ ਸੀ, ਕੰਧ ਓਲੇ ਬਹਿ ਕੇ ਚੰਨਾ ਐਨਾ ਨਾ ਰਵਾਇਆ ਕਰ। ਸੋ ਫਿਰ ਬਾਅਦ ਵਿੱਚ ਲਾਲੀ ਦੇ ਕਹਿਣ ਉੱਤੇ ਉਹ ਕੰਧ ਓਲੇ ਬਹਿ ਚੰਨਾ ਵਾਲਾ ਜਿਹੜਾ ਪਾਰਟ ਸੀ, ਐਨਾ ਨਾ ਰਵਾਇਆ ਕਰ ਦੇ ਨਾਲ ਅਟੈਚ ਕਰਕੇ ਇੱਕੋ ਹੀ ਬੁੱਕ ਜਾਂ ਦਸਤਾਵੇਜ਼ ਬਣਾ ਦਿੱਤਾ ਸੀ, ਐਨਾ ਨਾ ਰਵਾਇਆ ਕਰ ਦੇ ਟਾਈਟਲ ਹੇਠ। ਇਸ ਤਰ੍ਹਾਂ ਇਹ ਨਾਵਲ ਪੂਰਾ ਹੋ ਗਿਆ ਸੀ ਅਤੇ ਮੈਂ ਲਾਲੀ ਦੇ ਪੇਕੇ ਘਰ ਵਾਲੇ ਪਤੇ ਉੱਤੇ ਚਿੱਠੀ ਪਾ ਦਿੱਤੀ ਸੀ। ਉਹਨਾਂ ਦਿਨਾਂ ਵਿੱਚ ਟੈਲੀਫੋਨ ਦੀ ਜ਼ਿਆਦਾ ਸਹੂਲਤ ਨਹੀਂ ਹੁੰਦੀ ਸੀ। ਮੈਂ ਚਿੱਠੀ ਵਿੱਚ ਲਿਖ ਦਿੱਤਾ ਸੀ ਕਿ ਜੇ ਲਾਲੀ ਇੱਥੇ ਮੌਜੂਦ ਨਹੀਂ ਤਾਂ ਕਿਰਪਾ ਕਰਕੇ ਉਸ ਨੂੰ ਫੋਨ ਕਰਕੇ ਦੱਸ ਦੇਣਾ ਕਿ ਉਸ ਦੀ ਦਿੱਤੀ ਕਹਾਣੀ ਪੂਰਨ ਤੌਰ ਉੱਤੇ ਲਿਖ ਦਿੱਤੀ ਗਈ ਹੈ ਅਤੇ ਉਹ ਜਲਦੀ ਆ ਕੇ ਲੈ ਜਾਣ। ਥੋੜੇ ਦਿਨਾਂ ਬਾਅਦ ਹੀ ਲਾਲੀ ਅਤੇ ਉਸ ਦੇ ਘਰ ਵਾਲਾ ਆਪਣੇ ਬੱਚੇ ਸਮੇਤ ਮੇਰੇ ਕੋਲ ਆਏ ਸਨ। ਮੈਂ ਹਸਪਤਾਲ ਵਿੱਚ ਉਹਨਾਂ ਦਿਨਾਂ ਵਿੱਚ ਹਸਪਤਾਲ ਡਿਊਟੀ ਕਰਦਾ ਸੀ, ਸੋ ਮੈਂ ਹਸਪਤਾਲ ਤੋਂ 1 ਘੰਟੇ ਦੀ ਛੁੱਟੀ ਲਈ ਸੀ ਅਤੇ ਅਸੀਂ ਬਾਜ਼ਾਰ ਵਾਲੇ ਗੁਰਦੁਆਰਾ ਸਾਹਿਬ ਦੇ ਹਾਲ ਵਿੱਚ ਜਾ ਬੈਠੇ ਸੀ। ਉਹ ਮੇਰੇ ਕੋਲ ਬਹੁਤ ਦੇਰ ਬੈਠੇ ਰਹੇ ਸਨ ਅਤੇ ਬਹੁਤ ਦੇਰ ਤੱਕ ਅਸੀਂ ਗੱਲਾਂ ਕਰਦੇ ਰਹੇ ਸੀ। ਮਨਿੰਦਰ ਮੇਰੇ ਸਾਹਮਣੇ ਅੱਖਾਂ ਨੀਵੀਆਂ ਕਰਕੇ ਬੈਠਾ ਸੀ। ਸ਼ਾਇਦ ਲਾਲੀ ਨੇ ਉਸ ਨੂੰ ਸਾਰੀ ਗੱਲ ਦੱਸ ਦਿੱਤੀ ਸੀ ਅਤੇ ਉਹ ਸ਼ਰਮਿੰਦਗੀ ਨਾਲ ਅੱਖ ਨਹੀਂ ਮਿਲਾ ਰਿਹਾ ਸੀ। ਪਰ ਦੇਖਣ ਵਿੱਚ ਮਨਿੰਦਰ ਬਹੁਤ ਸੋਹਣਾ ਜਵਾਨ ਸੀ। ਮੈਂ ਤਾਂ ਉਹਨਾਂ ਦੇ ਵਿਆਹ ਵਾਲੀ ਐਲਬਮ ਵੀ ਦੇਖੀ ਸੀ, ਜਿਸ ਦੀਆਂ ਫੋਟੋਆਂ ਵਿੱਚ ਮਨਿੰਦਰ ਮੋਨਾ ਸੀ, ਪਰ ਉਸਨੇ ਹੁਣ ਦਾੜੀ ਕੇਸ ਰੱਖ ਲਏ ਸੀ। ਸ਼ਾਇਦ ਉਸਨੇ ਵਿਆਹ ਤੋਂ ਪਹਿਲਾਂ ਲਾਲੀ ਨਾਲ ਦਾੜੀ ਕੇਸ ਰੱਖਣ ਦਾ ਵਾਅਦਾ ਕੀਤਾ ਸੀ। ਹੁਣ ਉਹ ਦਾੜੀ ਕੇਸਾਂ ਵਿੱਚ ਬਹੁਤ ਸੋਹਣਾ ਅਤੇ ਪਿਆਰਾ ਜਿਹਾ ਲੱਗ ਰਿਹਾ ਸੀ। ਸਿਰ ਤੇ ਸੋਹਣੀ ਦਸਤਾਰ ਬੰਨੀ ਸੀ।
ਸੋ ਮੇਰੇ ਬਿਨਾਂ ਕੁਝ ਕਹਿਣ ਤੋਂ ਹੀ ਮਨਿੰਦਰ ਨੇ ਆਪੇ ਗੱਲ ਤੋਰ ਲਈ। ਕਹਿੰਦਾ ਜੀ ਮੇਰੀ ਜ਼ਿੰਦਗੀ ਦਾ ਉਹ ਹਿੱਸਾ ਮੇਰੇ ਲਈ ਬਹੁਤ ਕਲੰਕਿਤ ਹੈ। ਉਸ ਵੇਲੇ ਮੇਰੇ ਕਦਮ ਨਾ ਚਾਹੁੰਦਿਆਂ ਵੀ ਭਟਕ ਗਏ ਸਨ ਅਤੇ ਪਿੱਛੇ ਮੁੜਨ ਦਾ ਨਾਮ ਹੀ ਨਹੀਂ ਲੈਂਦੇ ਸੀ। ਤੁਸੀਂ ਸਾਡੀ ਪਿਆਰ ਦੀ ਕਹਾਣੀ ਵਿੱਚ ਜੋ ਵੀ ਲਿਖਿਆ ਹੈ, ਮੈਨੂੰ ਉਸਦੇ ਇੱਕ ਵੀ ਅੱਖਰ ਉੱਤੇ ਕੋਈ ਉਜ਼ਰ ਨਹੀਂ ਹੈ, ਕਿਉਂਕਿ ਉਹ ਸਭ ਕੁਝ ਮੈਂ ਕੀਤਾ ਹੈ, ਮੇਰੇ ਕੋਲੋਂ ਹੋਇਆ ਹੈ। ਇਹ ਲਿਖਤ ਹਮੇਸ਼ਾ ਸਾਡੇ ਕੋਲ ਰਹੇਗੀ ਅਤੇ ਮੈਂ ਇਸ ਸ਼ਰਮਿੰਦਗੀ ਤੋਂ ਹਮੇਸ਼ਾ ਸਬਕ ਲੈਂਦਾ ਰਵਾਂਗਾ, ਤਾਂ ਕਿ ਮੈਂ ਅੱਗੇ ਤੋਂ ਕੋਈ ਗਲਤੀ ਨਾ ਕਰ ਸਕਾਂ। ਜਦੋਂ ਮਨਿੰਦਰ ਬੋਲ ਰਿਹਾ ਸੀ ਤਾਂ ਲਾਲੀ ਬੜੇ ਹੀ ਧਿਆਨ ਨਾਲ ਮੇਰੇ ਵੱਲ ਦੇਖ ਰਹੀ ਸੀ। ਉਹਨਾਂ ਦਾ ਬੇਟਾ ਲਾਲਿੰਦਰ ਸਿੰਘ ਵਾਰ-ਵਾਰ ਮੇਰੀ ਗੋਦੀ ਵਿੱਚ ਆ ਜਾਂਦਾ ਸੀ ਅਤੇ ਪਾ ਕਰਕੇ ਮੇਰੇ ਨੱਕ ਅਤੇ ਮੇਰੀਆਂ ਅੱਖਾਂ ਉੱਤੇ ਉਂਗਲਾਂ ਮਾਰਨ ਲੱਗ ਜਾਂਦਾ ਸੀ, ਜੋ ਮੈਨੂੰ ਬਹੁਤ ਚੰਗਾ ਜਿਹਾ ਲੱਗਦਾ ਸੀ। ਅਸੀਂ ਬਹੁਤ ਦੇਰ ਤੱਕ ਗੱਲਾਂ ਕਰਦੇ ਰਹੇ ਅਤੇ ਚਾਹ ਪਾਣੀ ਪੀਤਾ। ਫਿਰ ਉਹ ਮੇਰੀ ਲਿਖੀ ਹੋਈ ਕਹਾਣੀ ਦਾ ਦਸਤਾਵੇਜ਼ ਲੈ ਕੇ ਚਲੇ ਗਏ। ਕੁਝ ਸਮੇਂ ਬਾਅਦ ਹੁਣ ਮੈਂ ਗੁਰੂ ਨਾਨਕ ਦੀ ਰਹਿਮਤ ਨਾਲ ਅਤੇ ਇੱਕ ਸ਼ਕਤੀਸ਼ਾਲੀ ਅਜੀਬ ਜੀ ਘਟਨਾ ਵਾਪਰਨ ਕਰਕੇ ਮੈਡੀਕਲ ਲਾਈਨ ਛੱਡ ਦਿੱਤੀ ਸੀ। ਮੈਡੀਕਲ ਲਾਈਨ ਛੱਡਣ ਨਾਲ ਮੇਰੇ ਘਰ ਦੇ ਹਾਲਾਤ ਬਹੁਤ ਤੰਗ ਹੋ ਗਏ ਸਨ ਅਤੇ ਘਰ ਵਿੱਚ ਮੇਰਾ ਸਾਹ ਜਿਹਾ ਘੁੱਟਣ ਲੱਗ ਪਿਆ ਸੀ। ਹੁਣ ਮੈਂ ਸਭ ਕੁਝ ਰੱਬ ਉੱਤੇ ਛੱਡ ਕੇ ਘਰ ਤੋਂ ਦੂਰ ਇੱਕ ਥਾਂ ਉੱਤੇ ਇਕਾਂਤ ਮੱਲ ਲਈ ਅਤੇ ਮੈਂ ਉੱਥੇ ਰਹਿਣ ਲੱਗ ਪਿਆ ਸੀ, ਜਿੱਥੇ ਬੈਠ ਕੇ ਮੈਂ ਬਹੁਤ ਘਾਲਣਾ ਘਾਲ ਕੇ ਪ੍ਰਭੂ ਦੀ ਭਗਤੀ ਕੀਤੀ ਅਤੇ ਬਦਲੇ ਵਿੱਚ ਪ੍ਰਮਾਤਮਾ ਨੇ ਮੇਰੇ ਉੱਤੇ ਕੁਝ ਬਖਸ਼ਿਸ਼ਾਂ ਕੀਤੀਆਂ। ਇਹਨਾਂ ਬਖਸ਼ਿਸ਼ਾਂ ਵਿੱਚ ਪ੍ਰਮਾਤਮਾ ਦਾ ਉਹ ਗਿਆਨ ਵੀ ਸੀ ਜੋ ਮੈਨੂੰ ਆਪਣੇ ਪਿਛਲੇ ਜਨਮਾਂ ਦਾ ਗਿਆਨ ਹੋ ਗਿਆ ਸੀ ਅਤੇ ਆਉਣ ਵਾਲੇ ਸਮੇਂ ਦੀਆਂ ਝਲਕੀਆਂ ਵੀ ਦਿਖਾਈ ਦੇਣ ਲੱਗ ਗਈਆਂ ਸਨ। ਡੇਢ ਸਾਲ ਬਾਅਦ ਫੇਰ ਲਾਲੀ ਮੇਰੀਆਂ ਪੈੜਾਂ ਨੱਪਦੀ ਹੋਈ ਮੇਰੇ ਪਿੱਛੇ ਹੀ ਆ ਗਈ। ਉਹਨਾਂ ਦਿਨਾਂ ਵਿੱਚ ਮੈਂ ਚਿੱਟੇ ਕੇਸਰੀ ਅਤੇ ਬਾਵਾ ਰੰਗ ਦੇ ਚੋਲੇ ਜਾਂ ਕਫਣੀਆਂ ਪਾਉਣ ਲੱਗ ਗਿਆ ਸੀ। ਉਸ ਦਿਨ ਵੀ ਮੇਰੇ ਕੇਸਰੀ ਰੰਗ ਦੀ ਕਫਣੀ ਪਾਈ ਹੋਈ ਸੀ ਜਿਸ ਦਿਨ ਲਾਲੀ ਆਈ ਸੀ। ਲਾਲੀ ਨੇ ਆਉਂਦਿਆਂ ਹੀ ਕਿਹਾ, ਤੁਸੀਂ ਜਿੱਥੇ ਮਰਜ਼ੀ ਭੱਜ ਲਓ, ਮੈਂ ਤੁਹਾਡਾ ਪਿੱਛਾ ਛੱਡਣ ਵਾਲੀ ਨਹੀਂ ਆ। ਮੈਂ ਤਾਂ ਤੁਹਾਨੂੰ ਲੱਭ ਹੀ ਲੈਣਾ। ਤੁਸੀਂ ਭਾਵੇਂ ਡਾਕਟਰ ਬਣੋ ਤੇ ਭਾਵੇਂ ਸੰਤ ਬਣ ਕੇ ਬੈਠ ਜਾਓ, ਮੈਂ ਤੁਹਾਡਾ ਪਿੱਛਾ ਨਹੀਂ ਛੱਡਦੀ। ਤੁਹਾਨੂੰ ਪਤਾ ਹੈ ਕਿ ਮੈਂ ਕਿੰਨਾ ਮੁਸ਼ਕਲਾਂ ਨਾਲ ਤੁਹਾਡਾ ਇਹ ਟਿਕਾਣਾ ਲੱਭਿਆ। ਤੁਸੀਂ ਤਾਂ ਇੱਥੇ ਆ ਕੇ ਜੰਗਲਾਂ ਵਿੱਚ ਬੈਠ ਗਏ ਹੋ। ਨਾ ਇੱਥੇ ਨੇੜੇ ਤੇੜੇ ਕੋਈ ਪਿੰਡ ਹੈ ਅਤੇ ਨਾ ਬੰਦੇ ਦੀ ਜਾਤ ਹੈ। ਪੁੱਛਦਿਆਂ ਪਛਾਉਂਦਿਆਂ ਮੈਂ ਇੱਥੇ ਮਸਾਂ ਹੀ ਪਹੁੰਚੀ ਹਾਂ। ਪਰ ਮੈਂ ਉਸ ਦੀ ਕਿਸੇ ਗੱਲ ਦਾ ਜਵਾਬ ਨਾ ਦਿੱਤਾ ਅਤੇ ਠੰਡਾ ਜਿਹਾ ਹੌਂਕਾ ਭਰ ਕੇ ਸੋਚਦਾ ਰਿਹਾ। ਵਕਤੋਂ ਖੂੰਜੀ ਡੂਮਣੀ ਟੋਲੇ ਆਲ ਪਤਾਲ। ਖੈਰ, ਮੈਂ ਉਸਨੂੰ ਖੜਾ ਹੋ ਕੇ ਮਿਲਿਆ ਸੀ। ਉਸਨੇ ਫੇਰ ਕਿਹਾ, ਤੁਸੀਂ ਇੱਥੇ ਖੇਤਾਂ ਵਿੱਚ ਕਿਵੇਂ ਆ ਕੇ ਬੈਠ ਕੇ? ਬੰਦਾ ਤਾਂ ਇੱਥੇ ਕੋਈ ਦਿਸਦਾ ਨਹੀਂ। ਰਾਤ ਨੂੰ ਭੂਤ ਹੀ ਰੌਲਾ ਪਾਉਂਦੇ ਹੋਣਗੇ। ਉਸਨੇ ਮਜ਼ਾਕ ਜਿਹੇ ਵਿੱਚ ਕਿਹਾ ਸੀ ਕਿ ਮੈਂ ਇੱਕ ਕਿਤਾਬ ਵਿੱਚ ਪੜ੍ਹਿਆ, ਸ਼ਹਿਰੀ ਵਸਦੇ ਦੇਵਤੇ, ਪਿੰਡੀ ਵਸਣ ਮਨੁੱਖ, ਖੇਤੀ ਵਸਦੇ ਭੂਤ ਨੇ ਜੋ ਪੁੱਟ ਸੁੱਟਦੇ ਰੁੱਖ। ਸ਼ਹਿਰੀ ਵਸਦੇ ਦੇਵਤੇ, ਪਿੰਡੀ ਵਸਣ ਮਨੁੱਖ, ਖੇਤੀ ਵਸਦੇ ਭੂਤ ਨੇ ਜੋ ਪੁੱਟ ਸੁੱਟਦੇ ਰੁੱਖ। ਲਾਲੀ ਦੀ ਇਸ ਗੱਲ ਉੱਤੇ ਮੈਂ ਹੱਸ ਪਿਆ ਸੀ। ਸ਼ਾਇਦ ਉਹ ਮੈਨੂੰ ਹਸਾਉਣਾ ਹੀ ਚਾਹੁੰਦੀ ਸੀ।
ਇਸ ਕਰਕੇ ਹੀ ਤਾਂ ਉਹ ਗੱਲ ਕਰਨ ਤੋਂ ਬਾਅਦ ਮੇਰੀਆਂ ਅੱਖਾਂ ਵੱਲ ਦੇਖ ਰਹੀ ਸੀ। ਇਸ ਵਾਰ ਉਸਦੇ ਨਾਲ ਉਸਦੇ ਪੇਕਿਆਂ ਵਾਲੀ ਨੌਕਰਾਣੀ ਸੀ ਅਤੇ ਉਸ ਦਾ ਪੁੱਤਰ ਲਾਲ ਇੰਦਰ ਵੀ ਉਸਦੀ ਉਂਗਲੀ ਫੜ ਕੇ ਤੁਰ ਰਿਹਾ ਸੀ। ਲਾਲੀ ਨੇ ਗੱਡੀ ਵਿੱਚੋਂ ਨਿਕਲਦਿਆਂ ਹੋਇਆਂ ਹੀ ਦੂਰੋਂ ਹੀ ਮੇਰੇ ਵੱਲ ਇਸ਼ਾਰਾ ਕਰਕੇ ਲਾਲ ਇੰਦਰ ਦੇ ਕੰਨ ਵਿੱਚ ਕੁਝ ਕਿਹਾ ਸੀ। ਫਿਰ ਉਹ ਲਾਲ ਇੰਦਰ ਮੇਰੇ ਕੋਲੇ ਆ ਕੇ ਮੇਰੇ ਕੋਲੇ ਆਉਂਦਿਆਂ ਸਾਰ ਹੀ ਪਾਪਾ ਜੀ ਕਰਕੇ ਮੇਰੀ ਲੱਤ ਨੂੰ ਚਿੰਬੜ ਗਿਆ ਸੀ। ਮੈਂ ਥੋੜਾ ਜਿਹਾ ਹੈਰਾਨੀ ਜੀ ਨਾਲ ਲਾਲੀ ਵੱਲ ਦੇਖਿਆ ਤਾਂ ਉਹ ਮੇਰਾ ਮਤਲਬ ਸਮਝ ਗਈ ਸੀ। ਉਸਨੇ ਕਿਹਾ, ਹਾਂ, ਮੈਂ ਇਸ ਨੂੰ ਹਮੇਸ਼ਾ ਹੀ ਹਰ ਰੋਜ਼ ਇਹੋ ਹੀ ਸਿਖਾਉਂਦੀ ਹਾਂ ਕਿ ਆਪਾਂ ਇੱਕ ਦਿਨ ਵੱਡੇ ਪਾਪਾ ਜੀ ਕੋਲ ਚੱਲਾਂਗੇ। ਹੁਣ ਤਾਂ ਇਹ ਆਪ ਵੀ ਪੁੱਛ ਲੈਂਦਾ ਹੈ ਕਿ ਮੰਮੀ ਜੀ ਵੱਡੇ ਪਾਪਾ ਜੀ ਕਿੱਥੇ ਆ, ਅਤੇ ਮੈਂ ਕਹਿ ਦਿੰਦੀ ਹਾਂ ਕਿ ਆਪਾਂ ਜਲਦੀ ਉਹਨਾਂ ਕੋਲ ਜਾਵਾਂਗੇ। ਹੁਣ ਤਾਂ ਜੇ ਇਹ ਕੋਈ ਚੀਜ਼ ਨਾ ਵੀ ਖਾਵੇ ਤਾਂ ਤੁਹਾਡਾ ਨਾਮ ਲੈ ਤੋਂ ਖਾ ਲੈਂਦਾ। ਇਸ ਗੱਲ ਦਾ ਉੱਥੋਂ ਵਾਲੇ ਦੋਹਾਂ ਘਰਾਂ ਨੂੰ ਪਤਾ ਹੈ, ਦੋਹਾਂ ਘਰਾਂ ਵਿੱਚ ਪਤਾ ਹੈ। ਮੇਰੇ ਸੇਵਾਦਾਰ ਨੇ ਚਾਹ ਪਾਣੀ ਬਣਾਇਆ ਤਾਂ ਚਾਹ ਪਾਣੀ ਪੀਣ ਤੋਂ ਬਾਅਦ ਨੌਕਰਾਣੀ ਲਾਲੇ ਇੰਦਰ ਨੂੰ ਖੇਡਣ ਲਈ ਬਾਹਰ ਲੈ ਗਈ। ਫਿਰ ਲਾਲੀ ਨੇ ਹੱਥ ਜੋੜ ਕੇ ਆਖਿਆ, ਰਾਜਨ ਜੀ, ਹੁਣ ਤਾਂ ਤੁਸੀਂ ਮਹਾਤਮਾ ਬਣ ਗਏ ਹੋ ਅਤੇ ਹੁਣ ਤਾਂ ਤੁਹਾਡੇ ਅੱਗੇ ਹੱਥ ਜੋੜਨਾ ਹੀ ਬਣਦਾ। ਫਿਰ ਉਸਨੇ ਦੱਸਿਆ ਕਿ ਜਦੋਂ ਦਾ ਮੈਂ ਕਹਾਣੀ ਦਾ ਦੂਜਾ ਹਿੱਸਾ ਪੜ੍ਹਿਆ ਹੈ ਤਾਂ ਮੇਰੇ ਮਨ ਵਿੱਚ ਬਹੁਤ ਚਿਤਵਨੀ ਜੀ ਲੱਗੀ ਹੋਈ ਹੈ। ਉਸ ਵਿੱਚ ਤੁਸੀਂ ਇੰਦਰ ਦੇਵਤੇ ਦੀ ਗੱਲ ਕੀਤੀ ਹੈ ਅਤੇ ਇੱਕ ਸਨੰਥਾ ਨਾਮ ਦੀ ਪਰੀ ਦੀ ਵੀ ਗੱਲ ਕੀਤੀ ਹੈ ਅਤੇ ਉਸ ਦੇ ਨਾਲ ਅਭਿਰਾਮ ਨਾਮ ਦੇ ਲੜਕੇ ਦੀ ਵੀ ਗੱਲ ਕੀਤੀ ਹੈ। ਉਂਝ ਮੈਨੂੰ ਉਹ ਗੱਲ ਸਮਝ ਆ ਗਈ ਹੈ ਅਤੇ ਤੁਹਾਡੀ ਇੱਕ ਇੱਕ ਗੱਲ ਉੱਤੇ ਮੈਨੂੰ ਵਿਸ਼ਵਾਸ ਵੀ ਹੈ ਤੇ ਮੈਂ ਵਿਸ਼ਵਾਸ ਵੀ ਕਰਦੀ ਹਾਂ ਅਤੇ ਉਸ ਵਿੱਚ ਰੱਤੀ ਭਰ ਵੀ ਸ਼ੱਕ ਨਹੀਂ ਕਰਦੀ। ਪਰ ਹੁਣ ਤਾਂ ਤੁਹਾਡੇ ਸਾਹਮਣੇ ਬੈਠ ਕੇ ਤੁਹਾਡੇ ਮੂੰਹੋਂ ਸੁਣਨ ਆਈ ਹਾਂ। ਜਦੋਂ ਮਨਿੰਦਰ ਨੇ ਇਹ ਸਭ ਕੁਝ ਪੜ੍ਹਿਆ ਸੀ ਤਾਂ ਉਹ ਖੁਸ਼ੀ ਵਿੱਚ ਗਦਗਦ ਜਿਹਾ ਹੋ ਗਿਆ ਸੀ ਅਤੇ ਕਹਿਣ ਲੱਗਿਆ, ਹੈ ਲਾਲੀ, ਤੂੰ ਦੇਵਲੋਕ ਦੀ ਪਰੀ ਹੈ। ਅਸੀਂ ਕਈ ਯੁੱਗ ਪਹਿਲਾਂ ਦੇ ਸਾਥੀ ਹਾਂ। ਤੂੰ ਪਰੀ ਹੋ ਕੇ ਵੀ ਮੈਨੂੰ ਪਿਆਰ ਕਰਦੀ ਹੁੰਦੀ ਸੀ। ਉਸਨੇ ਇਹੋ ਜਿਹੇ ਸਵਾਲ ਮੇਰੇ ਅੱਗੇ ਇੱਕੋ ਸਾਹ ਵਿੱਚ ਹੀ ਰੱਖ ਦਿੱਤੇ ਸਨ। ਮੈਂ ਉਸਨੂੰ ਕਿਹਾ ਕਿ ਇਹ ਤਾਂ ਉਹੀ ਜਾਣਨ ਜਿਨ੍ਹਾਂ ਨੇ ਇਹ ਜਾਣਿਆ ਹੈ ਅਤੇ ਲਿਖਿਆ ਹੈ। ਹੁਣ ਆਪਾਂ ਉਹਨਾਂ ਕੋਲੇ ਜਾਵਾਂਗੇ ਤੇ ਸਾਰੀ ਗੱਲ ਚੰਗੀ ਤਰ੍ਹਾਂ ਪੁੱਛ ਲਵਾਂਗੇ। ਫਿਰ ਮਨਿੰਦਰ ਕਹਿੰਦਾ, ਮੈਂ ਤਾਂ ਨਹੀਂ ਜਾਂਦਾ ਉੱਥੇ। ਉਹ ਕਹਿਣਗੇ ਜਨਮਾਂ ਦਾ ਸਾਥੀ ਹੋ ਕੇ ਆਹ ਲੱਛਣ ਕਰਦਾ ਫਿਰਦਾ। ਹੁਣ ਤਾਂ ਮੈਨੂੰ ਬਹੁਤ ਸ਼ਰਮ ਆਉਂਦੀ ਹੈ। ਹੇ ਰਾਜਨ, ਹੁਣ ਕਿਰਪਾ ਕਰਕੇ ਮੈਨੂੰ ਸਾਰੀ ਗੱਲ ਵਿਸਥਾਰ ਨਾਲ ਦੱਸੋ ਅਤੇ ਨਾਲੇ ਇਹ ਵੀ ਦੱਸੋ ਕਿ ਤੁਹਾਨੂੰ ਇਸ ਗੱਲ ਦਾ ਕਦੋਂ ਕੁ ਦਾ ਪਤਾ ਹੈ। ਮੈਂ ਇਹ ਸਾਰਾ ਜਾਣਨ ਵਾਸਤੇ ਬਹੁਤ ਉਤਾਵਲੀ ਹਾਂ। ਨਾਲੇ ਤੁਸੀਂ ਆਹ ਦੱਸੋ ਕਿ ਤੁਸੀਂ ਸੰਤਾਂ ਵਾਲਾ ਚੋਲਾ ਕਦੋਂ ਕੁ ਦਾ ਪਾ ਲਿਆ। ਸੋ ਦੋਸਤੋ, ਇਹ ਸੀ ਮੇਰੇ ਲਿਖੇ ਪੰਜਾਬੀ ਨਾਵਲ ਐਨਾ ਨਾ ਰਵਾਇਆ ਕਰਦਾ ਜੋ ਅੰਤਮ ਕਾਂਡ ਹੈ, ਉਸ ਦਾ ਪਹਿਲਾ ਹਿੱਸਾ। ਸੋ ਇਸ ਤੋਂ ਅੱਗੇ ਆਪਾਂ ਅੰਤਮ ਕਾਂਡ ਦਾ ਆਖਰੀ ਹਿੱਸਾ, ਇਸ ਨਾਵਲ ਦਾ ਆਖਰੀ ਪਾਰਟ ਅਗਲੇ 29ਵੇਂ ਪਾਰਟ ਦੇ ਵਿੱਚ ਸੁਣਾਂਗੇ। ਠੀਕ ਹੈ ਦੋਸਤੋ, ਸਤਿ ਸ੍ਰੀ ਅਕਾਲ।